ਜਾਗ ਪਓ ਇਸ ਤੋਂ ਪਹਿਲਾਂ ਕਿ ਦੇਰ ਹੋ ਜਾਵੇ। ਕੁਦਰਤ, ਕਿਸਾਨ ਅਤੇ ਸਮਾਜ ਵਿਰੋਧੀ ਕਾਰਪੋਰੇਟ ਬਾਜ਼ਾਰਵਾਦੀ ਖੇਤੀ ਕਾਨੂੰਨਾਂ ਦਾ ਵਿਰੋਧ ਕਰੋ। ਰਸਾਇਣਿਕ GM ਉਦਯੋਗਿਕ ਖੇਤੀ ਨੂੰ ਤਿਲਾਂਜਲੀ ਦੇ ਕੇ ਕੁਦਰਤ ਮਾਨਵ ਹਿਤੈਸ਼ੀ ਖੇਤੀ ਅਤੇ ਕਿਸਾਨੀ ਵੱਲ ਅੱਗੇ ਵਧੋ। ਅਜਿਹਾ ਕਰਨਾ ਹੀ ਸਾਡੀ ਧਰਤੀ ਦੇ ਵਾਤਾਵਰਣ ਅਤੇ ਮਨੁੱਖਤਾ ਸਮੇਤ ਸਮੁੱਚੇ ਜੈਵ ਜੀਵਨ ਨੂੰ ਬਚਾਉਣ ਦਾ ਇੱਕੋ ਇੱਕ ਰਸਤਾ ਏ। ਇਨਸਾਫ ਪਸੰਦ ਭੈਣੋ ਅਤੇ ਭਰਾਵੋ, ਕੇਂਦਰ ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੀਆਂ ਕੰਪਨੀਆਂ ਦਾ ਖੇਤੀ ਖੇਤਰ ਉੱਤੇ ਦਬਦਬਾ ਹੋਰ ਵਧਾਉਣ ਲਈ ਕਰੋਨਾ ਮਹਾਮਾਰੀ ਦੀ ਆੜ ਵਿੱਚ 3 ਕਾਰਪੋਰੇਟ ਬਾਜ਼ਾਰਵਾਦੀ ਖੇਤੀ ਕਾਨੂੰਨ ਨੰਬਰ 1 ਕਿਸਾਨ ਉਪਜ ਵਪਾਰ ਅਤੇ ਵਣਜ ਤਰੱਕੀ ਅਤੇ ਸਹੂਲਤ ਕਾਨੂੰਨ 2020, ਨੰਬਰ 2 ਕਿਸਾਨ ਸ਼ਕਤੀਕਰਨ ਅਤੇ ਸੁਰੱਖਿਆ ਕੀਮਤ ਭਰੋਸੇ ਅਤੇ ਖੇਤੀ ਸੇਵਾਵਾਂ ਬਾਰੇ ਸਮਝੌਤਾ ਕਾਨੂੰਨ 2020, ਨੰਬਰ 3 ਜ਼ਰੂਰੀ ਵਸਤਾਂ ਸੋਧ ਕਾਨੂੰਨ 2020 ਪਾਸ ਕਰਕੇ ਪਹਿਲਾਂ ਹੀ ਮੁਸੀਬਤਾਂ ਵਿੱਚ ਘਿਰੇ ਪੇਂਡੂ ਭਾਈਚਾਰੇ ਨੂੰ ਹੋਰ ਮੁਸ਼ਕਿਲ ਵਿੱਚ ਧੱਕ ਦਿੱਤਾ ਏ। ਪਹਿਲਾਂ ਹੀ ਭਾਰਤ ਵਿੱਚ ਹਰ 32 ਮਿੰਟ ਵਿੱਚ ਇੱਕ ਕਿਸਾਨ ਖੁਦਕੁਸ਼ੀ ਕਰ ਰਿਹਾ ਏ। ਇੱਕ ਰਿਪੋਰਟ ਮੁਤਾਬਕ ਇੰਗਲੈਂਡ ਅਤੇ ਅਮਰੀਕਾ ਵਰਗੇ ਵਿਕਸਿਤ ਮੁਲਕਾਂ ਵਿੱਚ ਵੀ ਕਿਸਾਨਾਂ ਦੀ ਖੁਦਕੁਸ਼ੀ ਦਰ ਆਮ ਲੋਕਾਂ ਨਾਲੋਂ ਜ਼ਿਆਦਾ ਏ। ਅਮਰੀਕਾ ਵਿੱਚ ਕੈਦੀਆਂ ਨਾਲੋਂ ਕਿਸਾਨਾਂ ਦੀ ਗਿਣਤੀ ਘੱਟ ਏ। ਨੀਤੀ ਮਤਲਬ ਨੈਸ਼ਨਲ ਇੰਸਟੀਟਿਊਸ਼ਨ ਫਾਰ ਟਰਾਂਸਫਾਰਮਿੰਗ ਇੰਡੀਆ ਦੇ ਅਨੁਸਾਰ ਖੇਤੀ ਵਿੱਚੋਂ ਕਿਰਤ ਸ਼ਕਤੀ ਨੂੰ ਘਟਾਉਣਾ ਪਵੇਗਾ। ਇਸ ਲਈ ਇਹ ਕਾਨੂੰਨ ਕਿਸਾਨਾਂ ਨੂੰ ਖੇਤੀ ਵਿੱਚੋਂ ਬੇਦਖਲ ਕਰਨ ਦਾ ਕੰਮ ਹੀ ਕਰਨਗੇ। ਦੁਨੀਆ ਦੇ ਕਾਰਪੋਰੇਟ ਪੂੰਜੀਪਤੀ ਆਪਣੀਆਂ ਸਰਕਾਰਾਂ ਰਾਹੀਂ ਕਿਸਾਨਾਂ ਨੂੰ ਚੇਤਾਵਨੀ ਦੇ ਰਹੇ ਨੇ ਕਿ ਜਾਂ ਤਾਂ ਆਤਮ ਸਮਰਪਣ ਕਰ ਦਿਓ ਜਾਂ ਮਰ ਜਾਓ, ਕਿਉਂਕਿ ਇਹਨਾਂ ਨੇ ਸਾਡੀ ਜ਼ਮੀਨ ਤਾਂ ਪਹਿਲਾਂ ਹੀ ਆਪਣੇ ਬੈਂਕਾਂ ਰਾਹੀਂ ਲਾਲ ਅੱਖਰਾਂ ਵਿੱਚ ਕਰ ਲਈ ਏ। ਖੇਤੀਬਾੜੀ ਮਨੁੱਖੀ ਸਮਾਜ ਦਾ ਸਭ ਤੋਂ ਮਹੱਤਵਪੂਰਨ ਖੇਤਰ ਏ। ਇਸ ਦੀ ਸਪਸ਼ਟ ਝਲਕ ਇੱਥੋਂ ਦੇਖੀ ਜਾ ਸਕਦੀ ਏ ਕਿ ਦੁਨੀਆ ਦੇ ਹਰ ਦੇਸ਼, ਹਰ ਕੋਨੇ ਵਿੱਚ ਖੇਤੀ ਜ਼ਰੂਰ ਕੀਤੀ ਜਾਂਦੀ ਏ। ਖੇਤੀਬਾੜੀ ਦੀਆਂ 2 ਮੁੱਖ ਵਿਸ਼ੇਸ਼ਤਾਵਾਂ ਹਨ। ਪਹਿਲੀ, ਇਹ ਕੁਦਰਤੀ ਵਾਤਾਵਰਣ ਨਾਲ ਬਹੁਤ ਨੇੜੇ ਤੋਂ ਜੁੜੀ ਹੋਈ ਏ। ਦੂਜੀ, ਖੇਤੀਬਾੜੀ ਬਹੁਤ ਹੀ ਵਿਸ਼ਾਲ ਖੇਤਰ ਏ। ਇਸ ਵਿੱਚ ਫਸਲਾਂ, ਸਬਜ਼ੀਆਂ, ਫਲ, ਫੁੱਲਾਂ ਦੀ ਖੇਤੀ, ਮਧੂਮੱਖੀ ਪਾਲਣ, ਰੇਸ਼ਮ ਦੀ ਕਾਸ਼ਤ, ਖੇਤੀ ਦੇ ਨਾਲ-ਨਾਲ ਜੰਗਲਾਤ, ਪਸ਼ੂ ਪਾਲਣ ਅਤੇ ਇਸ ਦੇ ਉਤਪਾਦਾਂ ਦੀ ਪ੍ਰੋਸੈਸਿੰਗ ਆਦਿ ਸਭ ਸ਼ਾਮਿਲ ਨੇ। ਇਸ ਕਰਕੇ ਇਹ ਮਨੁੱਖੀ ਸਮਾਜ ਸਮੇਤ ਦੂਜੇ ਜੀਵ ਜੰਤੂਆਂ ਦੀ ਜੀਵਨ ਰੇਖਾ ਏ। ਇਸ ਖੇਤਰ ਵਿੱਚ ਰੁਜ਼ਗਾਰ ਦੀਆਂ ਵੀ ਬਹੁਤ ਜ਼ਿਆਦਾ ਸੰਭਾਵਨਾਵਾਂ ਨੇ। ਅੱਜ ਵੀ ਖੇਤੀਬਾੜੀ ਦੁਨੀਆ ਭਰ ਵਿੱਚ ਰੁਜ਼ਗਾਰ ਦਾ ਸਭ ਤੋਂ ਵੱਡਾ ਜ਼ਰੀਆ ਏ। ਸਰਕਾਰੀ ਨੌਕਰੀਆਂ ਅਤੇ ਉਦਯੋਗਾਂ ਵਿੱਚ ਨਵੀਂ ਤਕਨੀਕ ਆਉਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਬਹੁਤ ਹੀ ਸੀਮਤ ਹੋ ਗਏ ਨੇ। ਨੌਜਵਾਨਾਂ ਨੂੰ ਰੁਜ਼ਗਾਰ ਤਾਂ ਸਿਰਫ ਖੇਤੀਬਾੜੀ ਖੇਤਰ ਵਿੱਚ ਹੀ ਮੁਹੱਈਆ ਕਰਵਾਇਆ ਜਾ ਸਕਦਾ ਏ। ਰੁਜ਼ਗਾਰ ਪੈਦਾ ਕਰਨ ਲਈ 2 ਕੰਮ ਕਰਨੇ ਪੈਣਗੇ। 1, ਖੇਤੀ ਨੂੰ ਕੁਦਰਤੀ ਵਿਧੀ ਰਾਹੀਂ ਵਿਕਸਿਤ ਕਰਨਾ ਅਤੇ ਇਸ ਵਿੱਚ ਆਧੁਨਿਕ ਵਿਗਿਆਨ ਅਤੇ ਤਕਨੀਕ ਦਾ ਇਸਤੇਮਾਲ ਕਰਨਾ। ਦੂਸਰਾ, ਵਾਤਾਵਰਣ ਅਤੇ ਖੇਤੀ ਦੀਆਂ ਸਾਰੀਆਂ ਸ਼ਾਖਾਵਾਂ ਨੂੰ ਕਿਸਾਨਾਂ ਦਾ ਸ਼ਕਤੀਕਰਨ ਕਰਕੇ ਕੁਦਰਤੀ ਅਤੇ ਲੋਕ ਆਧਾਰਿਤ ਸਹਿਕਾਰੀ ਪ੍ਰਬੰਧ ਰਾਹੀਂ ਜਥੇਬੰਦ ਕਰਨਾ। ਅਜਿਹਾ ਕਰਕੇ ਅਸੀਂ ਲੋੜ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਕਰ ਸਕਦੇ ਹਾਂ। ਦੂਸਰੀ ਸੰਸਾਰ ਜੰਗ ਤੋਂ ਬਾਅਦ ਰਸਾਇਣਿਕ ਉਦਯੋਗਿਕ ਖੇਤੀ ਦਾ ਡਿਜ਼ਾਈਨ ਰੌਕਫੈਲਰ ਫਾਊਂਡੇਸ਼ਨ, ਫੋਰਡ ਫਾਊਂਡੇਸ਼ਨ ਵਰਗੀਆਂ ਕਲਿਆਣਕਾਰੀ ਸੰਸਥਾਵਾਂ ਨੇ ਤਿਆਰ ਕੀਤਾ ਸੀ। ਇਹ ਸੰਸਥਾਵਾਂ ਬਹੁ-ਕੌਮੀ ਕਾਰਪੋਰੇਸ਼ਨਾਂ ਨਾਲ ਜੁੜੀਆਂ ਹੋਈਆਂ ਨੇ। ਦੁਨੀਆ ਦੀਆਂ ਸਾਰੀਆਂ ਪੂੰਜੀਵਾਦ ਪੱਖੀ ਸਰਕਾਰਾਂ ਨੇ ਰਸਾਇਣਿਕ ਖੇਤੀ ਤਕਨੀਕ ਦਾ ਪ੍ਰਚਾਰ ਲੋਕਾਂ ਦੀ ਭੁੱਖਮਰੀ ਅਤੇ ਗਰੀਬੀ ਖਤਮ ਕਰਨ ਲਈ ਕੀਤਾ। ਰਸਾਇਣਿਕ ਖੇਤੀ ਤਕਨੀਕ ਦਾ ਨਤੀਜਾ 2 ਪੱਧਰਾਂ ਤੇ ਦੇਖਿਆ ਜਾ ਸਕਦਾ ਏ। ਪਹਿਲਾ, ਰਸਾਇਣਿਕ ਖੇਤੀ ਤਕਨੀਕ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਦੇ ਮੁਨਾਫਿਆਂ ਵਿੱਚ ਅਥਾਹ ਵਾਧਾ ਅਤੇ ਖੇਤੀ ਲਈ ਰਸਾਇਣਿਕ ਉਤਪਾਦ ਪੈਦਾ ਕਰਨ ਵਾਲੇ ਉਦਯੋਗਾਂ ਨੇ ਧਰਤੀ ਦੇ ਤਾਪਮਾਨ, ਹਵਾ, ਪਾਣੀ, ਮਿੱਟੀ ਅਤੇ ਜੈਵਿਕ ਵੰਨ ਸਮੰਨਤਾ 'ਤੇ ਮਾੜਾ ਪ੍ਰਭਾਵ ਪਾਇਆ ਏ। ਮਿੱਟੀ ਦਾ ਉਪਜਾਊਪਣ ਲਗਾਤਾਰ ਘਟ ਰਿਹਾ ਏ। ਮਿੱਟੀ ਵਿੱਚ ਜੈਵਿਕ ਮਾਦੇ, ਕਾਰਬਨ ਤੱਤ, ਪੌਸ਼ਟਿਕ ਤੱਤ ਜਿਵੇਂ ਜ਼ਿੰਕ, ਲੋਹਾ, ਤਾਂਬਾ, ਬੋਰੋਨ, ਮੈਗਨੀਸ਼ੀਅਮ, ਪੋਟਾਸ਼, ਸਲਫਰ, ਸਿਲੀਕਾਨ, ਕੈਲਸ਼ੀਅਮ ਆਦਿ 52% ਤੱਕ ਖਤਮ ਹੋ ਚੁੱਕੇ ਹਨ। ਧਰਤੀ ਹੇਠਲਾ ਪਾਣੀ ਖਤਮ ਹੋ ਰਿਹਾ ਏ ਅਤੇ ਪ੍ਰਦੂਸ਼ਿਤ ਵੀ ਹੋ ਰਿਹਾ ਏ। WWF ਦੀ ਇੱਕ ਤਾਜ਼ਾ ਰਿਪੋਰਟ ਮੁਤਾਬਕ 1970 ਤੋਂ 2020 ਦੇ 50 ਸਾਲਾਂ ਦੇ ਵਕਫੇ ਦੌਰਾਨ ਜੰਗਲੀ ਜਾਨਵਰਾਂ,
ਪੰਛੀਆਂ, ਜੀਵ ਜੰਤੂਆਂ ਅਤੇ ਮੱਛੀਆਂ ਦੀਆਂ 20,000 ਤੋਂ ਵੱਧ ਪ੍ਰਜਾਤੀਆਂ ਵਿੱਚੋਂ 68% ਦੀ ਕਟੌਤੀ ਹੋ ਗਈ ਏ। ਸੰਨ 2000 ਤੋਂ ਬਾਅਦ 19 ਲੱਖ ਵਰਗ ਕਿਲੋਮੀਟਰ ਜ਼ਮੀਨ ਜੋ ਜੰਗਲੀ ਜਾਨਵਰਾਂ ਦਾ ਘਰ ਹੁੰਦੀ ਸੀ, ਖਤਮ ਕਰ ਦਿੱਤੀ ਗਈ ਏ। ਇਹ ਰਕਬਾ ਬਰਤਾਨੀਆ ਦੇ ਖੇਤਰਫਲ ਦਾ 8 ਗੁਣਾ ਏ। ਦੂਸਰਾ, ਖੇਤੀ ਪੈਦਾਵਾਰ ਵਧਣ ਦੇ ਬਾਵਜੂਦ ਦੁਨੀਆ ਵਿੱਚ ਭੁੱਖਮਰੀ ਅਤੇ ਦਰਮਿਆਨੇ ਜਾਂ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਲੋਕਾਂ ਦੀ ਗਿਣਤੀ 2 ਅਰਬ ਤੱਕ ਪੁੱਜ ਚੁੱਕੀ ਏ। ਅਮਰੀਕਾ ਦੀ ਨੈਸ਼ਨਲ ਫਾਰਮਰ ਯੂਨੀਅਨ ਦੀ ਰੇਟ ਲਿਸਟ ਮੁਤਾਬਿਕ ਖੇਤੀ ਦੇ ਜੋ ਉਤਪਾਦ ਕੰਪਨੀਆਂ ਵੱਲੋਂ ਮਾਰਕੀਟ ਵਿੱਚ ਵੇਚੇ ਜਾ ਰਹੇ ਹਨ, ਉਹਨਾਂ ਵਿੱਚੋਂ ਕਿਸਾਨਾਂ ਦਾ ਹਿੱਸਾ 2018 ਵਿੱਚ ਪ੍ਰਤੀ ਡਾਲਰ 14.8 ਸੈਂਟ ਸੀ, ਜੋ 2019 ਵਿੱਚ ਘਟ ਕੇ 14.6 ਸੈਂਟ ਰਹਿ ਗਿਆ। ਮਿਸਾਲ ਵਜੋਂ 1 ਪੌਂਡ ਟਮਾਟਰ ਦੀ ਬਾਜ਼ਾਰੀ ਕੀਮਤ 2.49 ਡਾਲਰ ਏ, ਜਦਕਿ ਇਸ ਦੀ ਪੈਦਾਵਾਰ ਕਰਨ ਵਾਲੇ ਕਿਸਾਨ ਨੂੰ 48 ਸੈਂਟ ਹੀ ਮਿਲਦੇ ਨੇ। ਗਲੋਬਲ ਭੁੱਖਮਰੀ ਸੂਚਕ ਅੰਕ ਵਿੱਚ 117 ਦੇਸ਼ਾਂ ਵਿੱਚੋਂ ਭਾਰਤ 102ਵੇਂ ਨੰਬਰ ਤੇ ਹੈ। ਭਾਰਤ ਵਿੱਚ 19 ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ, ਜੋ ਸਾਡੀ ਆਬਾਦੀ ਦਾ 14% ਬਣਦਾ ਏ। ਦੇਸ਼ ਦੇ 5 ਸਾਲ ਤੋਂ ਘੱਟ ਉਮਰ ਦੇ 20% ਬੱਚਿਆਂ ਦਾ ਵਜ਼ਨ ਲੋੜ ਨਾਲੋਂ ਘੱਟ ਏ। ਸਾਡੀਆਂ 69% ਔਰਤਾਂ ਵਿੱਚ ਵਿਟਾਮਿਨ ਡੀ ਦੀ ਗੰਭੀਰ ਘਾਟ ਏ। 26% ਔਰਤਾਂ ਵਿੱਚ ਵਿਟਾਮਿਨ ਡੀ ਯੋਗ ਮਾਤਰਾ ਵਿੱਚ ਨਹੀਂ ਏ। ਸਿਰਫ 5% ਔਰਤਾਂ ਵਿੱਚ ਹੀ ਇਸ ਦੀ ਮਾਤਰਾ ਸੰਤੁਸ਼ਟੀਜਨਕ ਏ। ਰਸਾਇਣਕ ਖੇਤੀ ਨੇ ਸਾਡੀ ਸਮੁੱਚੀ ਭੋਜਨ ਲੜੀ ਜ਼ਹਿਰੀਲੀ ਕਰ ਦਿੱਤੀ ਏ, ਜਿਸ ਕਰਕੇ ਇਨਸਾਨਾਂ ਵਿੱਚ ਗੰਭੀਰ ਬਿਮਾਰੀਆਂ ਜਿਵੇਂ ਕੈਂਸਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ, ਜੋੜਾਂ ਦੇ ਦਰਦ ਆਦਿ ਪੈਦਾ ਹੋ ਗਈਆਂ ਹਨ। ਸਾਡਾ ਪਸ਼ੂ ਧਨ ਵੀ ਲਗਾਤਾਰ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਏ। ਵਾਤਾਵਰਣ ਦੀ ਖਰਾਬੀ ਤੋਂ ਪੈਦਾ ਹੋਇਆ ਕੋਵਿਡ-19 ਵਾਇਰਸ ਵੀ ਦੁਨੀਆ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਨਿਗਲ ਚੁੱਕਾ ਏ। ਗੈਰ ਸਿਹਤਮੰਦ ਭੋਜਨ ਲੋਕਾਂ ਨੂੰ ਰੋਗੀ ਬਣਾਉਂਦਾ ਏ। ਇਸ ਨਾਲ ਹੁੰਦੀਆਂ ਮੌਤਾਂ ਦੀ ਦਰ ਸ਼ਰਾਬ, ਤੰਬਾਕੂ ਅਤੇ ਹੋਰ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਤੋਂ ਕਿਤੇ ਜ਼ਿਆਦਾ ਏ। ਸੰਨ 2015 ਤੋਂ ਬਾਅਦ ਭੋਜਨ ਅਤੇ ਖੇਤੀਬਾੜੀ ਨਾਲ ਸੰਬੰਧਿਤ ਉਦਯੋਗਿਕ ਖੇਤਰ ਦੀਆਂ 12 ਬਹੁਤ ਹੀ ਵੱਡੀਆਂ ਕੰਪਨੀਆਂ ਹੋਂਦ ਵਿੱਚ ਆਈਆਂ। ਉਸ ਤੋਂ ਬਾਅਦ ਇਹ ਆਪਸ ਵਿੱਚ ਰਲ ਮਿਲ ਕੇ 7 ਕੰਪਨੀਆਂ ਬਣ ਗਈਆਂ ਅਤੇ ਹੁਣ ਇਹ 4 ਕੰਪਨੀਆਂ ਵਿੱਚ ਤਬਦੀਲ ਹੋ ਗਈਆਂ ਨੇ। ਇਹਨਾਂ 4 ਕੰਪਨੀਆਂ ਨੂੰ ABCD ਦੇ ਨਾਮ ਨਾਲ ਜਾਣਿਆ ਜਾਂਦਾ ਏ। A ਭਾਵ ਆਰਚਰ ਡੈਨੀਅਲ ਮਿਡਲੈਂਡ, B ਬੰਸ, C ਕਾਰਗਿਲ ਅਤੇ D ਡਿਫਰਸ। ਇਹਨਾਂ 4 ਕੰਪਨੀਆਂ ਦਾ ਬੀਜਾਂ ਸਮੇਤ GM, ਖੇਤੀ ਰਸਾਇਣਾਂ ਅਤੇ ਖੇਤੀ ਉਤਪਾਦਾਂ ਦੇ ਬਾਜ਼ਾਰ ਦੇ 60% ਹਿੱਸੇ ਤੇ ਕਬਜ਼ਾ ਏ। ਇੱਕ ਹੋਰ ਅੰਦਾਜ਼ੇ ਮੁਤਾਬਕ ਇਹਨਾਂ ਦਾ ਸਾਂਝਾ ਹਿੱਸਾ 70% ਦੇ ਆਸ-ਪਾਸ ਏ। ਐਟਲਸ ਮੁਤਾਬਕ ਇਹ ਪਰਚੂਨ ਵਿੱਚ ਭੋਜਨ ਉਤਪਾਦ ਵੇਚਣ ਵਾਲੀਆਂ ਸਿਰੇ ਦੀਆਂ 10 ਕੰਪਨੀਆਂ ਨੂੰ 85% ਮਾਲ ਮੁਹੱਈਆ ਕਰਵਾਉਂਦੀਆਂ ਹਨ। ਇਹ 10 ਕੰਪਨੀਆਂ ਹਨ ਨੈਸਲੇ, ਪੈਪਸੀਕੋ, ਐਨਹਾਈਜ਼ਰ ਬੁਸ਼ ਇਨਵੈਬ, GBS, ਟਾਈਸਨ ਫੂਡਸ, ਆਰਚਰ ਡੈਨੀਅਲ ਮਿਡਲੈਂਡ, ਮਾਰਸ਼, ਕਾਰਗਿਲ, ਦੀ ਕੋਕਾ-ਕੋਲਾ ਕੰਪਨੀ ਅਤੇ ਕ੍ਰਾਫਟ ਹਿੰਸ। ਹੁਣ ਇਹਨਾਂ ਦੀ ਅੱਖ ਭਾਰਤ ਵਰਗੇ ਦੇਸ਼ਾਂ ਦੀ ਖੇਤੀਯੋਗ ਜ਼ਮੀਨ ਅਤੇ ਖੇਤੀ ਉਤਪਾਦਾਂ ਤੇ ਟਿਕੀ ਹੋਈ ਏ। ਭਾਰਤ ਵਿੱਚ ਪਬਲਿਕ ਪ੍ਰਾਈਵੇਟ ਹਿੱਸੇਦਾਰੀ ਕਾਨੂੰਨ ਦੇ ਤਹਿਤ ਕੁਝ ਕੰਪਨੀਆਂ FCI ਨਾਲ ਮਿਲ ਕੇ ਸਾਈਲੋ ਪ੍ਰੋਜੈਕਟ ਲਗਾ ਰਹੀਆਂ ਨੇ। ਇਸ ਤਹਿਤ 50,000 ਤੋਂ 2 ਲੱਖ ਮੀਟ੍ਰਿਕ ਟਨ ਦੇ ਅਨਾਜ ਭੰਡਾਰ ਵਾਲੇ ਸਾਈਲੋ ਪ੍ਰੋਜੈਕਟ ਬਣਨਗੇ। VRD ਸਾਈਲੋ ਪ੍ਰਾਈਵੇਟ ਲਿਮਟਿਡ ਨੇ 50,000 ਮੀਟ੍ਰਿਕ ਟਨ ਸਮਰੱਥਾ ਦਾ ਗੋਦਾਮ ਬਰਨਾਲਾ ਵਿਖੇ ਬਣਾਇਆ ਏ। ਪੰਜਾਬ ਵਿੱਚੋਂ 170 ਤੋਂ 180 ਲੱਖ ਮੀਟ੍ਰਿਕ ਟਨ ਕਣਕ ਬਾਜ਼ਾਰ ਵਿੱਚ ਆਉਂਦੀ ਏ। ਇਸ ਵਿੱਚ ਜੇਕਰ ਜੀਰੀ, ਬਾਸਮਤੀ ਚੌਲ ਅਤੇ ਹੋਰ ਅਨਾਜ ਮਿਲਾ ਲਏ ਜਾਣ ਤਾਂ ਪੰਜਾਬ ਦਾ ਅਨਾਜ ਭੰਡਾਰ 400 ਲੱਖ ਮੀਟ੍ਰਿਕ ਟਨ ਬਣ ਜਾਂਦਾ ਏ। ਪੂਰੇ ਪੰਜਾਬ ਦੇ ਅਨਾਜ ਭੰਡਾਰ ਲਈ ਗਿਣਤੀ ਦੇ ਹੀ ਸਾਈਲੋ ਪ੍ਰੋਜੈਕਟ ਬਹੁਤ ਹਨ, ਜੋ ਧੜਾ-ਧੜ ਬਣਾਏ ਜਾ ਰਹੇ ਹਨ। FCI ਨਾਲ ਅਡਾਨੀ ਐਗਰੀ ਲੌਜਿਸਟਿਕਸ ਲਿਮਟਿਡ ਦੇ ਸਮਝੌਤੇ ਅਨੁਸਾਰ ਇਹਨਾਂ ਸਾਈਲੋ ਗੋਦਾਮਾਂ ਨੂੰ ਮਾਰਕੀਟ ਯਾਰਡ ਵਜੋਂ ਪਹਿਲਾਂ ਹੀ ਨੋਟੀਫਾਈਡ ਕੀਤਾ ਜਾ ਚੁੱਕਾ ਏ। ਇਹ ਸਾਈਲੋ ਗੋਦਾਮ ਹੀ ਭਵਿੱਖ ਵਿੱਚ ਪ੍ਰਾਈਵੇਟ ਮੰਡੀਆਂ ਹੋਣਗੀਆਂ, ਜਿਸ ਬਾਰੇ ਕੇਂਦਰ ਸਰਕਾਰ ਪ੍ਰਚਾਰ ਕਰਦੀ ਏ ਕਿ ਕਿਸਾਨ ਦੇਸ਼ ਵਿੱਚ ਕਿਤੇ ਵੀ ਅਤੇ ਕਿਸੇ ਨੂੰ ਵੀ ਆਪਣੀ ਜਿਣਸ ਵੇਚ ਸਕਦਾ ਏ। ਇਹ ਕਿਸੇ ਨੂੰ ਵੀ ਤੇ ਕਿਤੇ ਵੀ ਕਹੀਆਂ ਜਾਂਦੀਆਂ ਉਹੀ ਕੰਪਨੀਆਂ ਹਨ ਜੋ ਤੁਹਾਡੇ ਬੂਹੇ ਉੱਤੇ ਆ ਖੜੀਆਂ ਨੇ। ਕਿੱਧਰ ਗਿਆ ਖੇਤੀ ਕਿਸਾਨੀ ਦਾ ਉੱਤਮ ਦਰਜਾ?
ਜਦੋਂ ਤੋਂ ਸਾਡੇ ਸਮਾਜ, ਦੇਸ਼ ਅਤੇ ਦੁਨੀਆ ਵਿੱਚ ਪੈਸਾ ਅਤੇ ਡਾਲਰ ਪ੍ਰਧਾਨ ਬਣ ਗਏ, ਉਸ ਸਮੇਂ ਤੋਂ ਹੀ ਉਦਯੋਗ ਅਤੇ ਸੇਵਾ ਖੇਤਰ ਨੇ ਖੇਤੀ ਅਤੇ ਕਿਸਾਨੀ ਨੂੰ ਪਿੱਛੇ ਧੱਕ ਦਿੱਤਾ। ਇਸ ਮੁਨਾਫੇ ਵਾਲੀ ਪ੍ਰਵਿਰਤੀ ਨੂੰ ਰਸਾਇਣਿਕ ਖੇਤੀ ਨੇ ਅੱਗੇ ਵਧਾਇਆ। ਇਹੀ ਕਾਰਨ ਹੈ ਕਿ ਸਾਡੀਆਂ ਮੰਗਾਂ ਵੀ ਮੁਨਾਫੇ ਦੁਆਲੇ ਹੀ ਘੁੰਮਦੀਆਂ ਨੇ। ਬਾਜ਼ਾਰ ਵਿੱਚ ਕਿਸਾਨ ਕਾਰਪੋਰੇਟ ਘਰਾਣਿਆਂ ਅਤੇ ਉਹਨਾਂ ਦੀਆਂ ਕੰਪਨੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਅੱਜ ਹਰ ਕੋਈ ਪੈਸਾ ਲੋਚਦਾ ਏ, ਪਰ ਜੀਵਨ ਨਹੀਂ। ਜੀਵਨ ਵਿੱਚ ਪੈਸਾ ਬਣਾਇਆ ਜਾ ਸਕਦਾ ਏ, ਪਰ ਪੈਸੇ ਨਾਲ ਜੀਵਨ ਨਹੀਂ ਬਣਦਾ। ਹਕੀਕਤ ਵਿੱਚ ਖੇਤੀ ਜੀਵਨ ਰੇਖਾ ਏ। ਇਹ ਬਾਜ਼ਾਰਵਾਦੀ ਮੁਨਾਫਾ ਕਮਾਉਣ ਵਾਲਾ ਧੰਦਾ ਨਹੀਂ। ਇਸ ਲਈ ਸਾਨੂੰ ਪੂੰਜੀਵਾਦੀ ਸਮਾਜ ਦੀ ਪੈਸੇ ਅਤੇ ਮੁਨਾਫੇ ਦੀ ਮ੍ਰਿਗ ਤ੍ਰਿਸ਼ਨਾ ਤੋਂ ਬਾਹਰ ਨਿਕਲ ਕੇ ਕੁਦਰਤ ਅਤੇ ਮਨੁੱਖ ਸਮਰਥਕ ਖੇਤੀਬਾੜੀ ਦਾ ਰਸਤਾ ਅਖਤਿਆਰ ਕਰਨਾ ਹੋਵੇਗਾ। ਸਮਾਜ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਤੰਦਰੁਸਤ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਕਰਨ ਲਈ ਕੁਦਰਤੀ ਖੇਤੀ ਹੀ ਇੱਕੋ ਇੱਕ ਹੱਲ ਨਜ਼ਰ ਆਉਂਦਾ ਏ। ਕਾਰਪੋਰੇਟ ਪੂੰਜੀਵਾਦੀ ਸੰਸਥਾਵਾਂ ਵਿੱਚ ਕੰਮ ਕਰਦੇ ਵਿਗਿਆਨੀ ਤਾਂ ਆਪ ਕਹਿ ਰਹੇ ਨੇ ਕਿ ਇਹ ਕਾਰਪੋਰੇਟ ਉਦਯੋਗਿਕ ਸੱਭਿਅਤਾ ਕੁਝ ਦਹਾਕਿਆਂ ਵਿੱਚ ਢਹਿ ਢੇਰੀ ਹੋ ਜਾਵੇਗੀ। ਕੋਵਿਡ-19 ਵਾਇਰਸ ਨੇ ਇਸ ਨੂੰ ਗੰਭੀਰ ਝਟਕਾ ਦੇ ਕੇ ਇਸ ਦੇ ਖੋਖਲੇਪਣ ਨੂੰ ਨੰਗਾ ਕਰ ਦਿੱਤਾ ਏ। ਜੋ ਕਿਸਾਨ ਅੱਜ ਵੀ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਰਸਾਇਣਿਕ ਅਤੇ ਜੀਐਮ ਖੇਤੀ ਵਿੱਚ ਵੇਖਦੇ ਹਨ, ਉਹ ਭੁਲੇਖੇ ਵਿੱਚ ਹਨ ਅਤੇ ਆਪਣੇ ਆਪ ਨਾਲ ਧੋਖਾ ਕਰ ਰਹੇ ਨੇ। ਹਕੀਕਤ ਵਿੱਚ ਸਾਡਾ ਅਤੇ ਪੂਰੇ ਸਮਾਜ ਦਾ ਭਵਿੱਖ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਅਤੇ ਕੁਦਰਤ ਮਨੁੱਖੀ ਹਿਤੈਸ਼ੀ ਸਹਿਕਾਰੀ ਖੇਤੀਬਾੜੀ ਵਿੱਚ ਹੀ ਏ। ਪ੍ਰਸਿੱਧ ਵਿਗਿਆਨੀ ਸਾਗਰ ਧਾਰਾ ਮੁਤਾਬਿਕ ਖੇਤੀਬਾੜੀ ਆਪਣੀ ਹਰਿਆਵਲ ਰਾਹੀਂ ਵਾਤਾਵਰਣ ਵਿੱਚੋਂ ਜਿੰਨੀ ਕਾਰਬਨ ਡਾਈਆਕਸਾਈਡ ਸੋਖਦੀ ਏ, ਉਸ ਦਾ ਜੇਕਰ ਪੈਸਿਆਂ ਵਿੱਚ ਮੁੱਲ ਆਂਕਿਆ ਜਾਵੇ ਤਾਂ ਇਹ 1,20,000 ਕਰੋੜ ਰੁਪਏ ਸਾਲਾਨਾ ਬਣਦਾ ਏ, ਜੋ ਕਿਸਾਨਾਂ ਦਾ ਹੱਕ ਏ ਅਤੇ ਉਹਨਾਂ ਨੂੰ ਮਿਲਣਾ ਚਾਹੀਦਾ ਏ। ਕੁਦਰਤੀ ਖੇਤੀ ਰਾਜ ਦੀ ਨੀਤੀ ਬਣੇ ਅਤੇ ਕਿਸਾਨਾਂ ਸਮੇਤ ਸਮਾਜ ਦੇ ਜ਼ਰੂਰਤਮੰਦ ਲੋਕਾਂ ਨੂੰ ਸਮਾਜਿਕ ਸੁਰੱਖਿਆ ਦੀ ਗਰੰਟੀ ਬੁਨਿਆਦੀ ਅਧਿਕਾਰ ਦੇ ਤੌਰ 'ਤੇ ਮੁਹੱਈਆ ਕਰਵਾਉਣੀ ਰਾਜ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਏ। ਕੇਂਦਰ ਅਤੇ ਸੰਬੰਧਿਤ ਰਾਜ ਸਰਕਾਰਾਂ ਦੇ ਬਜਟ ਦਾ 50% ਹਿੱਸਾ ਮਿਲਾ ਕੇ ਖੇਤੀ ਲਈ ਵੱਖਰਾ ਬਜਟ ਬਣਨਾ ਚਾਹੀਦਾ ਏ। ਸਹਿਕਾਰੀ ਕਾਨੂੰਨਾਂ ਨੂੰ ਵਾਤਾਵਰਣ ਪੱਖੀ ਅਤੇ ਕਿਸਾਨਾਂ ਦੇ ਸ਼ਕਤੀਕਰਨ ਦੇ ਆਧਾਰ 'ਤੇ ਸੋਧਣ ਦੀ ਲੋੜ ਏ, ਤਾਂ ਜੋ ਰਾਜਨੀਤਿਕ ਲੀਡਰਾਂ ਅਤੇ ਅਫਸਰਸ਼ਾਹੀ ਦੇ ਮੱਕੜ ਜਾਲ ਵਿੱਚੋਂ ਸਹਿਕਾਰਤਾ ਲਹਿਰ ਅਤੇ ਕਿਸਾਨਾਂ ਨੂੰ ਆਜ਼ਾਦ ਕਰਵਾਇਆ ਜਾ ਸਕੇ। ਕਿਸਾਨਾਂ ਨੂੰ ਰਾਜਨੀਤਿਕ ਪਾਰਟੀਆਂ ਤੋਂ ਆਜ਼ਾਦ ਖੇਤੀਬਾੜੀ ਦੀ ਵੱਖਰੀ ਪਾਰਲੀਮੈਂਟ ਬਣਾਉਣ ਦਾ ਉਪਰਾਲਾ ਕਰਨਾ ਹੋਵੇਗਾ, ਜੋ ਵਾਤਾਵਰਣ ਅਤੇ ਕੁਦਰਤੀ ਖੇਤੀ ਦੀ ਦਿਸ਼ਾ ਅਤੇ ਨੀਤੀਆਂ ਨੂੰ ਘੜ ਸਕੇ। ਆਓ ਆਪਣੇ ਅਤੇ ਸਮਾਜ ਦੇ